ਚੱਕਰ ਹੈ, ਚੱਕਰ ਗੋਲ ਘੁੰਮਦਾ, ਉਹਦਾ ਨਾ ਐਂਡ ਦਾ ਪਤਾ ਲੱਗਦਾ ਤੇ ਨਾ ਬਿਗਨਿੰਗ ਦਾ ਪਤਾ ਲੱਗਦਾ ਕਿੱਥੋਂ ਸ਼ੁਰੂ ਹੋਇਆ। ਇੰਨਾ ਜ਼ਰੂਰ ਹੈ, ਸ਼ਾਸਤਰਾਂ ਚ ਲਿਖਿਆ, ਸਾਡੇ ਗ੍ਰੰਥ ਚ ਵੀ ਲਿਖਿਆ ਹੈ ਕਿ ਬ੍ਰਹਮਾ ਦੁਆਰਾ ਸ੍ਰਿਸ਼ਟੀ ਰਚੀ ਗਈ। ਇਹ ਲਿਖਿਆ ਹੋਇਆ ਬ੍ਰਹਮਾ ਦੁਆਰਾ ਰਚੀ ਗਈ। ਰਚਨ ਵਾਲਾ ਕੌਣ ਹੈ? ਪਰਮ ਪਿਤਾ ਪਰਮਾਤਮਾ। ਬਾਣੀ ਚ ਇੱਕ ਜਗ੍ਹਾ ਤੇ ਇਸ਼ਾਰਾ ਕੀਤਾ ਹੈ ਕਿ 16 ਕਲਾ ਸੰਪੂਰਨ ਬਲਿਆ, ਆਨੰਦ ਕਲਾ ਹੋਏ ਠਾਕੁਰ ਚੜਿਆ। ਮਨਾ ਕਿ ਜਦੋਂ ਸ੍ਰਿਸ਼ਟੀ ਰਚੀ ਗਈ 16 ਕਲਾ ਸੰਪੂਰਨ ਮਨੁष्य ਸੀਗਾ, ਉਹ ਸ੍ਰਿਸ਼ਟੀ ਰਚੀ ਗਈ। ਉਦੋਂ ਸ਼ੁਰੂਆਤ, ਉਹਦੀ ਸ਼ੁਰੂਆਤ ਮੰਨੀ ਹੋਈ। ਸਾਰੀਆਂ ਗ੍ਰੰਥਾਂ ਚ ਦੇਖ ਲਓ, ਗੁਰੂ ਗ੍ਰੰਥ ਸਾਹਿਬ ਚ ਦੇਖ ਲਓ ਜਾਂ ਕਿਸੇ ਵੀ ਸ਼ਾਸਤਰ ਚ ਦੇਖ ਲਓ, ਉਹਦੇ ਉੱਤੋਂ ਸ਼ੁਰੂਆਤ ਹੋਈ। ਹੁਣ ਉੱਥੋਂ ਸ਼ੁਰੂਆਤ ਕਰਦੇ ਹਾਂ ਕਿ ਜਿੱਦਾਂ ਚਾਰ ਦਾ ਚੱਕਰ ਚੱਲ ਰਿਹਾ, 4 ਯੁੱਗ ਦਾ ਇੱਕ ਚੱਕਰ ਪੂਰਾ ਹੋ ਜਾਂਦਾ ਹੈ, ਉਹਨੂੰ ਕਲਪ ਕਿਹਾ ਜਾਂਦਾ ਹੈ। 12 ਮਹੀਨੇ ਦਾ ਇੱਕ ਸਾਲ ਪੂਰਾ ਹੋ ਜਾਂਦਾ ਹੈ। 12 ਮਹੀਨਿਆਂ ਦਾ ਜਦੋਂ ਚੱਕਰ ਪੂਰਾ ਹੋ ਜਾਂਦਾ ਹੈ, ਉਹਨੂੰ ਸਾਲ ਕਿਹਾ ਜਾਂਦਾ। 7 ਦਿਨ ਦਾ ਚੱਕਰ ਪੂਰਾ ਹੋ ਜਾਂਦਾ, ਉਹਨੂੰ ਸਪਤਾਹ ਕਿਹਾ ਜਾਂਦਾ। ਮਨੁष्य ਦੀ ਏਜ ਦੇ ਵਿੱਚ 4 ਪੜਾਅ ਆਉਂਦੇ ਆ। ਬੱਚੇ ਤੋਂ ਸ਼ੁਰੂ ਕਰਦਾ, ਉਹਦੀ ਯਾਤਰਾ ਬੱਚੇ ਤੋਂ ਸ਼ੁਰੂ ਹੁੰਦੀ ਹੈ, ਫਿਰ ਟੀਨ ਹੁੰਦਾ, ਫਿਰ ਅਡਲਟ ਹੁੰਦਾ, ਫਿਰ ਔਰ ਹੁੰਦਾ, ਫਿਰ ਕੋਈ ਚੱਕਰ ਚੱਲਦਾ। ਤਾਂ ਕਹਿੰਦੇ ਉਹਨੇ ਪੂਰਾ ਜੀਵਨ, ਸੰਪੂਰਨ ਜੀਵਨ ਕਰਕੇ ਫਿਰ ਗਿਆ ਹਨਾ। ਕਈ ਵਾਰੀ ਏਦਾਂ ਹੁੰਦਾ ਨਾ, 80-90 ਸਾਲ ਦੇ ਬੰਦੇ ਜਦੋਂ ਜਾਂਦੇ ਆ, ਸ਼ਰੀਰ ਛੋੜ ਦਿੰਦੇ ਆ, ਤਾਂ ਉਹਨਾਂ ਦਾ ਕੋਈ ਦੁੱਖ ਨਹੀਂ ਹੈ, ਕਿਉਂਕਿ ਉਹ ਕਹਿੰਦੇ ਜੀ ਤਾਂ ਪੂਰਾ ਜੀਵਨ ਕਰਕੇ, ਤਾਂ ਪੂਰੀ 4 ਅਵਸਥਾएं ਉਹਨੇ ਪੂਰੀਆਂ ਕੀਤੀਆਂ। ਪਰ ਕਈ ਜਿਹੜੇ ਅੱਧ ਚ ਚਲੇ ਜਾਂਦੇ, ਇਹ ਤਾਂ ਫਿਰ ਕਰਮਾਂ ਦਾ ਹਿਸਾਬ ਹੈ ਸਾਰੇ। ਕਈ ਥੋੜਾ ਜਿਹਾ ਹੀ ਲੈਂਦੇ ਆ, 1/4 ਹੀ ਲੈਂਦੇ ਆ, ਕਈ ਹਾਫ ਤੱਕ ਪਹੁੰਚਦੇ ਆ, ਕਈ 3/4 ਤੱਕ ਪਹੁੰਚਦੇ ਆ, ਕਈ ਪੂਰਾ ਹੀ ਕਰ ਲੈਂਦੇ। ਪੂਰਾ ਹੀ ਜਿਹੜਾ ਕਰ ਲੈਂਦੇ ਉਹ ਕਹਿੰਦੇ ਨੇ ਪੂਰਾ ਜੀਵਨ ਆਪਣਾ ਕੀਤਾ। ਦੇ ਬੜੇ ਦੁੱਖ ਦੀ ਕੋਈ ਗੱਲ ਨਹੀਂ, ਹੁਣ ਤਾਂ ਜਾਣਾ ਹੀ ਸੀ। ਪਰ ਜਦੋਂ ਮਿਡਲ ਚ ਚਲੇ ਜਾਂਦੇ ਫਿਰ ਦੁੱਖ ਦੀ ਗੱਲ। ਪਰ ਏਦਾਂ ਹੀ 4 ਰਿਤੂਆਂ ਦਾ ਚੱਕਰ ਚੱਲਦਾ, ਸਰਦੀ, ਗਰਮੀ, ਬਸੰਤ, ਪਤਝੜ, ਇਹ ਫਿਰ ਤੋਂ ਚੱਲਦਾ। ਇਹ ਚੱਕਰ ਦੇ ਵਿੱਚ, ਸ੍ਰਿਸ਼ਟੀ ਚੱਕਰ ਦੇ ਵਿੱਚ ਸਾਰੇ ਚੱਕਰ ਬਾਰ ਚੱਲਦੇ ਜਾਣ। ਹੁਣ ਜਦੋਂ ਸ਼ੁਰੂਆਤ ਹੋਈ ਸੀ, ਸਤਯੁਗ ਸੀਗਾ। ਸਤਯੁਗ ਚ 16 ਕਲਾ ਸੰਪੂਰਨ ਲੋਕ ਸੀਗੇ, ਜੋ ਕਿ ਗ੍ਰੰਥ ਚ ਵੀ ਲਿਖਿਆ ਹੈ। ਜਿੰਨੇ ਵੀ ਉੱਥੇ ਲੋਕ ਸੀ ਉਹ ਦੇਵਤਾ ਹੀ ਕਹਿਲਾਏ। ਔਰ ਦੇਵਤਾ ਹੈ 16 ਕਲਾ ਸੰਪੂਰਨ। ਮਨਾ ਉਸ ਤੋਂ ਪਹਿਲਾਂ ਉਹ ਕੀ ਸੀਗੇ, ਉਹ ਫਿਰ ਜਦੋਂ ਅਸੀਂ ਸਾਈਕਲ ਦੇ ਐਂਡ ਚ ਆ ਜਾਂਦੇ ਆ, ਉਹ ਤੋਂ ਪਤਾ ਲੱਗਦਾ ਕਿ ਉਸ ਤੋਂ ਪਹਿਲਾਂ ਕਿੱਥੇ ਸੀਗੇ ਦੇਵਤਾ। ਉਹ ਪਰਮਾਤਮਾ ਦੀ ਯਾਦ ਚ ਸੀਗੇ। ਪਰਮਾਤਮਾ ਦੀ ਯਾਦ ਦੇ ਨਾਲ ਕਲਾਵਾਂ ਆ ਜਾਂਦੀਆਂ, ਆਪਣੇ ਆਪ ਆ ਜਾਂਦੀਆਂ। ਤਾਂ ਕ੍ਰਿਸ਼ਨ ਨੂੰ ਕਿਹਾ 16 ਕਲਾ ਸੰਪੂਰਨ। ਮਨਾ ਕਿ ਉਹਦੇ ਚ ਸਾਰਾ ਕੁਝ ਸੀਗਾ। ਰਾਜਨੀਤੀ ਕਿੱਦਾਂ ਚਲਾਣੀ ਹੈ, ਵਿਵਹਾਰ ਕਿੱਦਾਂ ਕਰਨਾ ਹੈ, ਸੰਗੀਤ ਕਿੱਦਾਂ ਗਾਣਾ, ਵਨਸਪਤੀ, ਸਾਰੇ ਤਰ੍ਹਾਂ ਦਾ ਗਿਆਨ ਕੰਪਲੀਟ ਸੀ, ਕੰਪਲੀਟ ਇਨਫੋਰਮੇਸ਼ਨ। ਹਾਲਾਂਕਿ ਸਤਯੁਗ ਚ ਉਹ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਸਤਯੁਗ ਚ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਉੱਥੇ ਨਾ ਕੋਰਟ ਕਚਹਿਰੀਆਂ, ਨਾ ਕੋਈ ਰਾਜਨੀਤੀ ਇਹੋ ਜਿਹੀ ਚਲਾਣੀ ਹੈ, ਨਾ ਪੋਲਿਟਿਕਸ, ਕੁਛ ਨਹੀਂ। ਰਾਜ්य ਚੱਲਦਾ ਪਰ ਉਹ ਸਮੂਥ ਚੱਲ ਰਿਹਾ, ਆਪਣੇ ਆਪ ਹੀ ਚੱਲ ਰਿਹਾ। ਉਹਦੇ ਚ ਉਹਨੂੰ ਗਿਆਨ ਯੂਜ਼ ਕਰਨ ਦੀ ਲੋੜ ਨਹੀਂ ਪਈ। ਪਰ ਉਹਨੂੰ ਕਿਹਾ ਗਿਆ 16 ਕਲਾ ਸੰਪੂਰਨ। ਔਰ ਉਸ ਤੋਂ ਬਾਅਦ ਜਿਹੜਾ ਰਾਮ ਆਂਦਾ ਉਹਨੂੰ ਕਿਹਾ ਗਿਆ 14 ਕਲਾ। ਤਾਂ 16 ਕਲਾ ਮਨਾ 100% ਪਿਓਰਿਟੀ। ਜਦੋਂ ਆਤਮਾ ਚ 100% ਪਿਓਰਿਟੀ ਹੈ ਤਾਂ ਉੱਥੇ ਜਿਹੜੀਆਂ ਪ੍ਰਾਪਤੀਆਂ ਹੈ, ਉੱਥੇ ਦੀ ਜਿਹੜੀ ਦੇਸ਼ ਹੈ, ਉੱਥੇ ਦਾ ਜਿਹੜਾ ਵਾਤਾਵਰਣ ਹੈ, ਉੱਥੇ ਦੀ ਜਿਹੜੀ ਭੂਮੀ ਹੈ, ਉੱਥੇ ਦੀ ਜਿਹੜੀ ਪ੍ਰਕਿਰਤੀ ਹੈ, ਕਿਉਂਕਿ ਆਤਮਾ ਸੰਪੂਰਨ ਹੈ ਤਾਂ ਉਹ ਸਾਰੀਆਂ ਚੀਜ਼ਾਂ ਵੀ ਸੰਪੂਰਨ ਹੈ। ਨੰਬਰ 1 ਕਲਾਸ। ਅੱਜ ਕੱਲ੍ਹ ਜਿਹੜੀ ਹੈ ਉਹ ਵੀ ਪ੍ਰਕਿਰਤੀ ਹੈ। ਜਿੱਦਾਂ ਆਪਾਂ ਦੇਖਦੇ ਹਾਂ ਨਾ, ਜਦੋਂ ਅਸੀਂ ਇੱਥੇ ਆਏ ਸੀਗੇ ਇਸ ਕੰਟਰੀ ਚ, ਜਾਂ ਤੁਸੀਂ ਆਏ ਹੋ, ਸਾਨੂੰ ਆਏ ਨੂੰ ਵੀ ਇੱਥੇ ਕਿੰਨੇ ਸਾਲ ਹੋ ਗਏ? 35 ਸਾਲ ਹੋ ਗਏ। ਤੁਸੀਂ ਹੋ ਸਕਦਾ ਸਾਡੇ ਤੋਂ ਪਹਿਲਾਂ ਵੀ ਆਏ, 40-50 ਸਾਲ ਵੀ ਹੋ ਸਕਦੇ। ਉਸ ਟਾਈਮ ਇੱਥੇ ਦੀ ਚੀਜ਼ਾਂ ਦੀ ਕੁਆਲਿਟੀ ਕਿੰਨੀ ਵਧੀਆ ਸੀ। ਪਰ ਹੁਣ ਅਸੀਂ ਦੇਖਦੇ ਹਾਂ ਉਹੀ ਰੀਸਾਈਕਲ ਹੋ ਕੇ ਬੋਤਲਾਂ ਏਦਾਂ ਲੱਗਦੀਆਂ ਪਲਾਸਟਿਕ ਦੀਆਂ, ਹੁਣੇ ਟੁੱਟੀਆਂ ਕਿ ਟੁੱਟੀਆਂ। ਪੇਪਰ ਦੇਖੋ ਕਿਦਾਂ ਦਾ, ਪਹਿਲੇ ਜਦੋਂ ਆਏ ਸੀ ਤੇ ਪੇਪਰ ਕਿਦਾਂ ਦਾ ਸੀ, ਰੀਸਾਈਕਲ ਹੋ। ਏਦਾਂ ਹੀ ਆਤਮਾ ਦੀ એનર્ਜੀ ਜਦੋਂ ਘਟਦੀ ਹੈ ਤਾਂ ਉਹ ਜਿਹੜੀਆਂ ਵਸਤੂਆਂ ਉਹਦੇ ਨਾਲ ਹੈ, ਭੌਤਿਕ ਚੀਜ਼ਾਂ, ਉਹਨਾਂ ਦੀ ਵੀ ਕੁਆਲਿਟੀ ਡਾਊਨ ਹੁੰਦੀ ਜਾ ਰਹੀ ਹੈ। ਰੀਸਾਈਕਲਡ ਹੋ ਰਿਹਾ ਸਾਰਾ ਕੁਝ। ਆਤਮਾ ਦਾ ਨੈਚੁਰਲ ਨਹੀਂ ਹੋ ਰਿਹਾ। ਸ਼ਬਦ ਨਹੀਂ ਹੈ ਰੀਸਾਈਕਲਿੰਗ ਦਾ, ਇਹ ਤਾਂ ਹੁਣ ਨਿਕਲਿਆ ਕਲਯੁਗ ਦੇ ਅੰਤ ਚ ਸ਼ਬਦ।
पर हो रहे हैं अपने आप नीचे जा रही, ਉਹਦੀ ਕਲਾ ਘਟਦੀ ਜਾ ਰਹੀ। तो 16 कला संपूर्ण सीगा ਜਦੋਂ सत्यता ਦਾ युग सीगा, सारा कुछ सच्चा सीगा, झूठे लोग नहीं सीगे, काम क्रोध लोभ मोह अहंकार नहीं सीगे। इस करके आर्टिस्ट ने बड़ी सोहनी पिक्चर बनाती, एक पासे देवता दिखा दिते, एक पासे उन्हां दे नाल असुर दिखा दिते। असुरां दी भी दुनिया हैगी है, देवतां दी भी हैगी है। ते देवतां दी दुनिया केड़ी सीगी? सतयुग से। और उत्थे दी धरती मिट्टी भी मना सोने वर्गी सी। उत्थे दे महल भी घर भी सोने दे सीगे, यानी कि एक एक इट या सोने दे एक एक चीज सोने दी लगी, सारा घर ही सोने दा सीगा, हीरे और सोने दा बनिया। मना अथाह संपदा सी। लक्ष्मी नारायण दे कोल धन दी कमी नहीं सी, लक्ष्मी नारायण दा राज्य सी। और उत्थे दे जन्म सीगे 8 जन्म हुंदे हैं और आयु हो जाती है 150 साल। 150 साल तो पहला कोई भी व्यक्ति शरीर नहीं छोड़ता। ये सत्यता दे संपूर्ण आयु सारियां दी संपूर्ण कला ना, 16 कला संपूर्ण। तो वो एक कृष्ण ही नहीं सीगा, नाम कृष्ण ना, क्योंकि अगे वो है। बाकी उत्थे दे रहने वाले लोग सारे ही उन्होंने सारियां दी आयु 150 ईयर्स। उत्थे कोई बीमारी नहीं, उत्थे कोई हस्पताल नहीं, उत्थे कोई कोर्ट कचहरी नहीं, उत्थे कोई काउंसलिंग नहीं, क्योंकि अपनी आत्मा दी विवेक शक्ति बहुत है, किसी दी सलाह लैण दी लोड़ नहीं। तो इसी करके भारत नूं खाली किया गया सोने की चिड़िया। सुनिया ही होना ना तुसीं ये शब्द कि भारत नूं कहंदे सी सोने की चिड़िया। केवल भारत नूं किया गया, सारे संसार नूं देख लो, किसी होर देश की महिमा नहीं की गई, क्योंकि भारत ही एक सीगा, वो टाइम सीगा। सतयुग का मतलब केवल भारत ही है। उस टाइम अमेरिका नहीं सीगा, कोई और दूसरी कंट्री नहीं सी, सारे विश्व एक कोई भारत, और वो भी हर चीज च भरपूर। तो इस करके उन्हें किया गया सोने की चिड़ी। उत्थे दे लोग दे इंटेलेक्ट, उत्थे दे लोगां दे मन भी सोने वर्गे, रियल गॉड, रियलिटी, रॉयल्टी, उत्थे दे लोगां दी क्वालिटी। 8 जन्म उत्थे हुंदे, तां फिर गायन है कृष्ण जन्माष्टमी दा जन्म अष्टमी, 8 जन्म ओदे मनाए जांदे। तो उस तो बाद 1250 का यह समा सीगा। उस तो बाद वही आत्मा नीचे आ रही है, ऊपरों होर आत्मा प्रवेश कर दी और वो एंटर कर दी है सिल्वर एज। और सिल्वर एज जन्म हो जाते 12, एज हो जाती है 125, हर एक दी एज 125। दुख उत्थे भी कोई नहीं, हॉस्पिटल उत्थे भी कोई नहीं, कोर्ट कचहरियां उत्थे भी नहीं, पर हर चीज की क्वालिटी थोड़ी जी डाउन हो गई। जिदा 16 कला तो उत्थे उत्थे दिखांदे राम दा राज्य सीगा, राम दियां 14 कला दिखाइयां, पर थोड़ी जी क्वालिटी डाउन, a little, not too much। जिदा उत्थे 100% सीगा, तो इत्थे मे बी 90% एनर्जी आत्मा दी रह गई, 10% उत्थे यूज होई है ना, जन्म लिते तो एनर्जी यूज होई। तो जड़ियां त्रेता वाली आत्मा बाकी इस सतयुग वाली आत्मा नीचे उतर रही हैं, उस तो बाद ऊपरों दी त्रेता वाली आत्मा भी एंटर की। पर इत्थे जन्म हो जाते 12, एज थोड़ी जी घट जाती, उत्थे 150 है, इत्थे 125 हो जाती, पर फिर भी सुख पूरा ही है। स्वर्ग नहीं कहलाया, सेमी स्वर्ग हो गया। स्वर्ग जेड़ा केवल सतयुग नूं किया जाता, जिथे 100% फुल है, हर चीज, हर क्वालिटी, हर वर्च्यूज, हर पावर फुल है। नेचर की क्वालिटी फुल है। पर जब त्रेता च आ गए तो थोड़ी परसेंट घट गई, हर चीज की क्वालिटी, नेचर की भी घट गई, सोच की भी घट गई। चाहे वो जड़ियां सतयुग दी त्रेता दी आत्मा उपरों आ रही, पहला जन्म लै रही, वो अपनी हिसाब नाल, अपनी एज दे हिसाब नाल, अपनी अवस्था दे हिसाब नाल वो कंप्लीट है, उन्हां दा पहला बर्थ है। सतयुग वाले 8 जन्म लै चुके ऑलरेडी, पर सृष्टि चक्कर के हिसाब के नाल देखा जाए तो चक्कर की आयु थोड़ी घट गई ना।
तो इस करके वो आत्मा उदों आई है जो थोड़ी जी एनर्जी घट गई वर्ल्ड दी, वर्ल्ड साइकिल है ना, नेचर दी भी घट गई। तो इत्थे जन्म इन्हां दे पालना हो गए, दुख तकलीफ इत्थे भी कोई नहीं, पर जेड़े हीरे दे महल सीगे वो चेंज हो गए, सोने दे महल चेंज हो गए, सिल्वर एज गया गया, तो सिल्वर च आ गए। सोल दी क्वालिटी गोल्ड तो सिल्वर हो गई, एनर्जी यूज हो गई। तो पदार्थां दी भी एनर्जी चेंज हो गई, उन्हां दी क्वालिटी भी चेंज हो। ਹੁਣ ਇਹ ਗੱਲ ਬੜੀ ਸਮਝਣ ਵਾਲੀ ਹੈ ਕਿ ਸੋਲ ਦੀ ਜਦੋਂ એનર્ਜੀ ਘਟ ਰਹੀ ਹੈ, ਸੋਲ ਦੀ ਕੁਆਲਿਟੀ ਚੇਂਜ ਹੋ ਰਹੀ ਹੈ, ਉਦੋਂ ਹੀ ਪਦਾਰਥਾਂ ਦੀ ਔਰ ਨੇਚਰ ਦੀ ਕੁਆਲਿਟੀ ਵੀ ਚੇਂਜ ਹੋ ਰਹੀ। ਹੁਣ ਅੱਗੇ ਅੱਗੇ ਤੁਹਾਨੂੰ ਆਪੇ ਸਮਝ ਆ ਗਿਆ ਕਿ ਅੱਗੇ ਅੱਗੇ ਸਾਡੀ ਜਨਮ ਲੈਂਦੇ ਲੈਂਦੇ એનર્ਜੀ ਘਟਦੀ ਗਈ, ਤਾਂ ਬਾਕੀ ਭੌਤਿਕ ਜਿਹੜਾ ਵਰਲਡ ਸੀਗਾ ਉਹਦੀ ਵੀ એનર્ਜੀ ਕਿਦਾਂ ਦੀ ਹੋ। ਹਾਫ ਆਫ ਦਿਸ ਸਾਈਕਲ ਬੀਤ ਗਿਆ। ਹਰ ਇੱਕ ਯੁੱਗ ਦੀ ਆਯੂ 4 ਯੁੱਗ ਹੈ ਨਾ, 4 ਯੁੱਗ ਦਾ ਜਿਹੜਾ ਇੱਕ ਚੱਕਰ ਹੈ ਉਹਨੂੰ ਕਲਪ ਕਿਹਾ ਜਾਂਦਾ। 2 ਯੁੱਗ ਬੀਤ ਗਏ, 1250 1250 ਅੱਧਾ ਯੁੱਗ ਗਿਆ, ਸੁਖ ਸ਼ਾਂਤੀ ਦਾ ਸੀਗਾ, ਕੋਈ ਲੜਾਈ ਝਗੜੇ ਉੱਥੇ ਚ ਸੀਗੇ ਨਹੀਂ, ਕਿਸੇ ਪ੍ਰਕਾਰ ਦਾ ਦੁੱਖ ਰਿੰਚਕ ਮਾਤਰ ਨਹੀਂ ਸੀਗਾ, ਇੱਕ ਕੰਡੇ ਵਰਗਾ ਵੀ ਦੁੱਖ ਨਹੀਂ ਸੀ, ਨਾ ਕਿਸੇ ਦੀ ਬਿਮਾਰੀ, ਨਾ ਕਿਸੇ ਦੀ ਧਨ ਦੀ ਕਮੀ, ਕੋਈ ਗਰੀਬੀ ਨਹੀਂ, ਕੁਛ ਨਹੀਂ ਸੀਗਾ। तो वो हाफ ऑफ द साइकिल जो बीत गया, 2500 साल निकल गए, फिर एक मोड़ आंदा है द्वापर। ਉਹਦੇ ਚ ਬੜਾ ਜਿੱਦਾਂ ਇੱਕ ਹਲਕਾ ਜਿਹਾ ਅਰਥਕੁਏਕ ਹੁੰਦਾ ਦੁਆਪਰ ਚ, ਜਿਹਦੇ ਚ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ। ਜਾਨ ਦਾ ਨੁਕਸਾਨ ਕਿਉਂ ਨਹੀਂ ਹੈ? ਕਿਉਂਕਿ ਆਤਮਾ ਚ એનર્ਜੀ ਹੈਗੀ, ਆਤਮਾ ਕੁਆਲਿਟੀ ਵਾਲੀ, ਇਸ ਕਰਕੇ ਉਹ ਹਲਕਾ ਜਿਹਾ ਚੇਂਜ ਹੋਇਆ, ਜਿੱਦਾਂ ਹਲਕਾ ਚੇਂਜ ਹੋਇਆ। ਔਰ ਉੱਥੇ ਦੁਆਪਰ ਆ ਗਿਆ, ਦੁਆਪਰ ਚ ਤਾਂਬੇ ਦੇ ਮਹਿਲ ਹੋ ਗਏ, ਕੁਆਲਿਟੀ ਚੇਂਜ ਹੋ ਗਈ ਨਾ, ਕਿੱਥੇ ਸੋਨੇ ਦੇ, ਫਿਰ ਚਾਂਦੀ ਦੇ, ਫਿਰ ਕਾਪਰ ਏਜ ਕਹਿੰਦੇ, ਕਾਪਰ ਏਜ ਮੈਨੂੰ ਤਾਂਬਾ ਮਿਲ ਗਿਆ, ਸੋਨੇ ਚ ਮਿਕਸ ਹੁੰਦਾ ਗਿਆ ਸਾਰਾ ਕੁਝ, ਸੋਨਾ ਘਟਦਾ ਗਿਆ, ਉਹਦੇ ਚ ਸਿਲਵਰ ਮਿਕਸ ਹੋ ਗਿਆ, ਘਟ ਗਿਆ, ਸੋਨਾ ਹੋਰ ਘਟ ਗਿਆ, ਸਿਲਵਰ ਜ਼ਿਆਦਾ ਹੋ ਗਿਆ। ਫਿਰ ਅੱਗੇ ਅੱਗੇ ਜਿਉਂ ਜਿਉਂ ਟਾਈਮ ਪਾਸ ਹੁੰਦਾ ਗਿਆ, ਆਤਮਾ ਨੀਚੇ ਉਤਰਦੀਆਂ ਗਈਆਂ, ਜਨਮ ਲੈਂਦੀਆਂ ਗਈਆਂ, ਤਾਂ ਉਹਨਾਂ ਦੀ એનર્ਜੀ ਹੋਰ ਘਟਦੀ। ਫਿਰ ਉਹਨੂੰ ਇੰਗਲਿਸ਼ ਚ ਕਹਿ ਦਿੰਦੇ ਕਾਪਰ, ਤਾਂਬਾ ਮਿਕਸ ਹੋ ਗਿਆ, ਹਿੰਦੀ ਚ ਕਹਿੰਦੇ ਦੁਆਪਰ, ਪੰਜਾਬੀ ਚ ਵੀ ਦੁਆਪਰ ਕਹਿੰਦੇ। ਦੁਆਪਰ ਮਨਾ ਡੁਅਲਿਟੀ ਚ ਆ ਗਈ। ਉਹ ਆਤਮਾ ਜਿਨ੍ਹਾਂ ਦੇ ਕੋਲ ਕੋਈ ਰਾਜਾ ਨਹੀਂ ਸੀ, ਕੋਈ ਕਾਉਂਸਲਿੰਗ ਨਹੀਂ ਸੀ, ਕੋਈ ਆਪ ਹੀ ਰਾਜੇ ਸੀਗੇ ਸਾਰੇ, ਕੋਈ ਵਜ਼ੀਰ ਨਹੀਂ ਸੀ, ਉਹਨਾਂ ਰਾਜਿਆਂ ਦੇ ਕੋਈ ਵਜ਼ੀਰ ਨਹੀਂ ਸੀ, ਸਲਾਹਕਾਰ ਨਹੀਂ ਸੀ ਕੋਈ। ਦੁਆਪਰ ਚ ਜਦੋਂ ਆ ਗਏ, ਦੁਆਪਰ ਚ 5 ਵਿਕਾਰਾਂ ਦੀ ਪ੍ਰਵਿਸ਼ਤਾ ਹੋ ਜਾਂਦੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਐਂਟਰ ਹੋ ਜਾਂਦੇ। ਸਤਯੁਗ ਤ੍ਰੇਤਾ ਚ ਆਤਮਾ ਓਰੀਜਨਲ ਕੁਆਲਿਟੀ ਚ ਸੀ, ਉਹਨਾਂ ਚ ਗਿਆਨ ਤਾਂ ਨਹੀਂ ਸੀਗਾ, ਪਰ ਗਿਆਨ ਉਹਨਾਂ ਨੇ ਪਹਿਲਾਂ ਯੂਜ਼ ਕੀਤਾ ਆਪਣੀ ਲਾਈਫ, ਤਾਂ ਉਹਦਾ ਜਿੱਦਾਂ ਰਿਜ਼ਲਟ ਨਿਕਲਿਆ, ਉਹਨਾਂ ਨੂੰ ਦੇਵਤਾ ਹੀ ਜਨਮ ਮਿਲਿਆ। ਗਿਆਨ ਦਾ ਰਿਜ਼ਲਟ ਉਹਨਾਂ ਨੂੰ ਦੇਵਤਾ ਹੀ ਜਨਮ ਮਿਲਿਆ, ਪਰਮਾਤਮਾ ਦੇ ਨਾਲ ਰਹੇ, ਉਹਨਾਂ ਨੂੰ ਦੇਵਤਾ ਹੀ ਜਨਮ, ਉਹ ਉਹਨਾਂ ਦੀ ਅਟੇਨਮੈਂਟ। ਤਾਂ ਦੁਆਪਰ ਚ ਜਦੋਂ ਆ ਗਏ ਤਾਂ ਉਹ ਆਤਮਾ ਚ ਡੁਅਲਿਟੀ ਆ ਗਈ, ਕਿਉਂਕਿ ਰਾਵਣ ਦੀ ਪ੍ਰਵੇਸ਼ਤਾ, ਰਾਵਣ ਮਨਾ ਵਿਕਾਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਇਹਨਾਂ ਦੀ ਐਂਟਰੈਂਸ ਹੋ ਗਈ। ਔਰ ਇਹ ਇੰਨੇ ਬੁਰੇ ਵੀ ਨਹੀਂ ਸੀਗੇ, ਪਰ ਪਵਿੱਤਰਤਾ ਖਤਮ ਹੋ ਗਈ। 100% ਜਿਹੜੀ ਪਿਓਰਿਟੀ ਸਤਯੁਗ ਵਾਲੀ ਆਤਮਾ ਦੀ ਸੀਗੀ ਉਹ ਖਤਮ, ਤ੍ਰੇਤਾ ਵਾਲੀ ਆਤਮਾ ਦੀ ਸੀਗੀ ਉਹ ਖਤਮ, ਪਵਿੱਤਰਤਾ ਖਤਮ ਹੋ। ਸੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਪ੍ਰਵੇਸ਼ਤਾ, ਔਰ ਉਹਦੇ ਕਰਕੇ ਜਨਮ ਜੋ ਸੀਗੇ ਉਹ ਹੋਰ ਜ਼ਿਆਦਾ ਹੋ ਗਏ। ਕਿਤੇ ਤਾਂ 8 ਜਨਮ ਸੀਗੇ, ਕਿਤੇ 12, ਔਰ ਇੱਥੇ ਹੋ ਜਾਂਦੇ 21। ਦੁਆਪਰ ਚ 1250 ਸਾਲ ਚ 21 ਜਨਮ ਨੇ। ਔਰ ਇਹ 21 ਜਨਮ ਜਿਹੜੇ ਹੈਗੇ ਆ, ਇਹ ਹੁਣ ਥੋੜੀ ਜਿਹੀ ਹੋਰ ਗਹਿਰਾਈ ਸਮਝਣ ਵਾਲੀ ਗੱਲ ਹੈ ਕਿ ਜਿਹੜੀਆਂ ਤਾਂ ਸਤਯੁਗ ਤ੍ਰੇਤਾ ਦੀਆਂ ਆਤਮਾ ਸੀਗੀਆਂ, ਉਹਨਾਂ ਨੇ ਉੱਥੇ 150 ਏਜ ਸੀਗੀ, ਫਿਰ 125 ਹੋਈ, ਫਿਰ ਜਦੋਂ ਦੁਆਪਰ ਚ ਆ ਗਏ ਉਹਨਾਂ ਦੀ ਏਜ ਤਾਂ ਬਹੁਤ ਹੀ ਘਟ ਗਈ, 75 80 ਇੱਥੋਂ ਤੱਕ ਨਹੀਂ ਪਹੁੰਚ ਗਏ। 21 ਜਨਮ ਹੋ ਗਏ, 8 ਜਨਮ ਸੀਗੇ ਨਾ, ਤਾਂ 150 ਈਅਰਸ ਸੀ,
ਤਾਂ ਇੱਥੇ ਕਿਉਂਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਪ੍ਰਵੇਸ਼ਤਾ ਹੁੰਦੀ ਹੈ ਤਾਂ ਬਿਮਾਰੀਆਂ ਤਨ ਦੀਆਂ ਮਨ ਦੀਆਂ ਧਨ ਦੀਆਂ ਜਨ ਦੀਆਂ ਸਭ ਪ੍ਰਕਾਰ ਦੀ ਬਿਮਾਰੀਆਂ ਦੀ ਪ੍ਰਵੇਸ਼ਤਾ ਸ਼ੁਰੂ ਹੋ ਗਈ इतना खराब नहीं है लेकिन एंट्रेंस हो गई है हर एक बीमारियां एंट्रेंस तन मन धन जन ये आजकल वाली बीमारियां नहीं कलयुग वालियां तो फिर तमो प्रधानता च आ गए ये इत्थे तो खाली हाले एंट्रेंस होई एंट्रेंस होने दे नाल ये आत्मा च कितनी शक्ति घट गई होनी किथे तो सोने वर्गी महलों च रह रही सी किथे फिर वो तांबे वर्गी महलों च आ गए तांबे दे एक्चुअली कोई महल नहीं हुंदे पर यह दस्सिया गया कि ਉਹਦੀ क्वालिटी कितनी घट कि रियल गोल्ड ਦੇ ਵਿੱਚ तांबा मिक्स हो गया तो ਜਦੋਂ ਤੁਸੀਂ सोना खरीदते हो ज्यादा तांबा ਹੁੰਦਾ ਤਾਂ ਉਹਦੀ ਵੈਲਿਊ ਕੀ ਹੈ ਰੀਸੇਲ ਵੈਲਿਊ ਕੁਝ ਹੁੰਦੀ ਨਹੀਂ ਤਾਂ ਇਹਦਾ ਮਤਲਬ ਇਹਨਾਂ ਆਤਮਾ ਦੀ ਵੈਲਿਊ ਘਟ ਗਈ ਔਰ ਇੱਥੇ ਜੋ ਸੀਗਾ 250 ਸਾਲਾਂ ਬਾਅਦ ਬਾਕੀ ਹੋਰ ਧਰਮਾਂ ਦਾ ਆਣਾ ਸ਼ੁਰੂ ਹੋਇਆ ਜਦੋਂ ਦੁਆਪਰ ਸ਼ੁਰੂ ਹੋਇਆ 2500 ਸਾਲ ਬਾਅਦ 250 ਸਾਲ ਬਾਅਦ ਸਭ ਤੋਂ ਪਹਿਲਾ ਧਰਮ ਜਿਹੜਾ ਆਇਆ ਮੁਸਲਮਾਨਾਂ ਦਾ ਇਸਲਾਮ ਆਇਆ ਔਰ ਉਹਨੇ ਆਪਣਾ ਭਗਵਾਨ ਪਰਮਾਤਮਾ ਇੱਕ ਹੈ ਨੈਤਿਕ ਮੁੱਲ ਕੀ ਹੈ ਲਾਈਫ ਤੇ ਜੀਣ ਦੇ ਉਹਦਾ ਪ੍ਰਚਾਰ ਕੀਤਾ ਨਵਾਂ ਧਰਮ ਸੀ ਤਾਕਤ ਸੀਗੀ ਔਰ ਲੋਕੀ ਉਹਨੂੰ ਸੁਣਦੇ ਸੀਗੇ ਮੰਨਦੇ ਸੀਗੇ ਉਸ ਤੋਂ 250 ਸਾਲਾਂ ਬਾਅਦ ਬੁੱਧ ਧਰਮ ਦੀ ਸਥਾਪਨਾ ਹੋਈ महात्मा बुद्ध आया और उन्हें कर्म का प्रचार किया कि कर्म ही महान है दया करो प्राणी मात्र ते दया करो पर उस तो बाद उस तो 250 साल बाद जीसस आए और उन्हें क्या दिता प्यार ही महान है प्यार ही भगवान है लव इज गॉड या गॉड इज लव तो सारे तुम देखो क्रिश्चियनिटी वाले जिन्ने भी कंट्रीज हैं क्रिश्चियन धर्म वाले लव शब्द बहुत यूज कर रहे हैं हर किसी ने कहने आई लव यू क्योंकि उन्हों का मैसेज ये सीगा कि लव इज गॉड या गॉड इज लव इदा ही उन्होंने मैसेज दिता तो पर उत्थे भी कोई प्राप्ति नहीं हुई तो फिर ये होया होर आत्माएं आनियां शुरू हो गई सतयुग वाली भी नीचे ही है त्रेता वाले भी नीचे ऊपर कोई जा नहीं सकता क्योंकि वन वे ट्रैफिक है आन का ही है ये भी एक यूनिक तरीका परमात्मा ने चक्कर जो बनाया रचता तो वही है ना सो इत्थे सारे धर्म आ गए तीन मुख्य धर्म है इस्लाम बौद्ध और क्रिश्चियन ये तीनों ही धर्म द्वापर च आ जाते बाकी तो जड़ियां इन्हां दी ब्रांचेस निकलदियां होर टहनियां निकलदियां ਜਿਹੜੇ ਹੁਣ ਸਤਯੁਗ ਵਾਲੇ ਸੀਗੇ ਉਹ ਦੇਵੀ ਦੇਵਤਾ ਧਰਮ कहलाए ਉੱਥੇ ਕੋਈ ਧਰਮ ਨਹੀਂ ਸੀਗਾ ਕੋਈ ਉਹਦਾ ਰਿਲੀਜਨ ਨਹੀਂ ਸੀਗਾ ਜਿੱਦਾਂ ਹਿੰਦੂ ਰਿਲੀਜਨ ਹਿੰਦੂ ਨਾਮ ਰੱਖ ਦਿੱਤਾ ਉਹ ਤਾਂ ਬੜੀ ਦੇਰ ਬਾਅਦ ਰੱਖਿਆ ਕਿਉਂਕਿ ਕੁਆਲਿਟੀ ਵਾਲੀ ਆਤਮਾ ਸੀ ਤਾਂ ਉਹਨਾਂ ਨੂੰ ਕਹਿੰਦੇ ਸੀ ਦੇਵੀ ਦੇਵਤਾ ਧਰਮ ਇਹਨਾਂ ਦਾ ਲਿਵਿੰਗ ਸਟੈਂਡਰਡ ਲਿਵਿੰਗ ਸਟਾਈਲ ਹੀ ਐ ਸੀ ਵਰਚੂਸ ਦੇਵਤਾ ਮਨ ਉਹਨਾਂ ਦਾ ਲਿਵਿੰਗ ਸਟਾਈਲ ਹੀ ਹੈ ਗੁਣਾ ਵਾਲੀ ਲਾਈਫ ਉਹਨਾਂ ਦੀ ਹੋਰ ਕੋਈ ਧਰਮ ਨਹੀਂ ਕਿਸੇ ਦੀ ਪਾਠ ਪੂਜਾ ਨਹੀਂ किसी भी पाठ पूजा तो त्रेता च भी कोई पाठ पूजा नहीं है द्वापर च पाठ पूजा शुरू होंगे जेडे देवी देवता धर्म दी आत्माएं वो जो द्वापर च एंटर्स करदियां ओदा दा नाम रख दिता गया हिंदू धर्म इंडस नदी के किनारे रहंदे सीगे उते नाम रखता हिंदू और जिथे रहंदे से नाम करता हिंदुस्तान एक्चुअली नाम ओदा भारत से भारत दा मतलब है भरिया होया एकदम आत्मा भी फुल है और आत्मा दे नाल और जड़ी रहन दी जगह है उसको क्वालिटी उस स्थान दी एकदम फुल हर चीज च फुल तब भारत क्या है रत्ना च भरपूर नहीं तब भारत में सोने की चिड़िया कहते थे क्योंकि सोने दिन छोटा सीगा लेकिन रहन वाली क्वालिटी दी आत्मा सी और हर पदार्थ हर चीज भौतिक चीज बड़ी हाई क्वालिटी दी सी फर्स्ट क्लास इस दुनिया दे चक्कर दी फर्स्ट क्लास चीज़ां देवी देवता नूं प्राप्त हुई द्वापर च 21 जन्म पूरे किते फिर अगे चलते चलते हुण 1250 1 2 3 तो 1250 1250 1250 5000 साल का साइकिल है ना 3 हिस्से तो निकल गए हुण
ਹੁਣ बचा एक हिस्सा लास्ट वाला, वो है कलयुग। कलयुग नूं काला दिखांदे आ। कलयुग दा अर्थ है कलह दा युग। घर घर च अज देखो किसी ना किसी कारण ते कलह चल रही, किसी ना किसी कारण। टेंशन, टेंशन की है, कलह तो है, और हर एक कोई टेंशन च है। कारण कोई भी हो सकता है। तो कलयुग नूं किया गया कलह दा युग, काला युग। इत्थे सारियां आत्माएं किन्ने भी रूप रंग सोहना, पर आत्मा काली, आत्मा गुणहीन है। आत्मा नूं पता ही नहीं है कि मैं आत्मा हूं और मैं किदां दी हूं। अपना असली स्वरूप ही नहीं पता। तो बॉडी जड़ी लेती हुई है, बॉडी दे गुण गांदे रहंदे। मैं फलाना हूं, मैं तिमकड़ा हूं, मेरी इन्नी अच्छी पोस्ट है, मेरे इन्ने बड़े घर है, मेरे कोल गड्डियां, ये चीजां, फैक्ट्रियां, ये गुण गांदे रहंदे। रियलिटी पता ही नहीं। सतयुग च आत्मा नूं पता सीगा। आत्मा जदों उत्थे शरीर छोड़दी है 150 ईयर्स होंदा होके, उस टाइम उन्हें याद आ जाता है कि मैं आत्मा हूं और मैं आज शरीर बदली करना, मैं फलाने राजे के घर जाके जन्म लेना। आत्मा क्वालिटी दी है, आत्मा नूं पता है। आज देख लो कलयुग दी आत्मा नूं मरण तो डरदे है, क्योंकि पता नहीं अगे कित्थे जाना है। सोचदे इत्थे जित्थे आई है बड़े खुश है, सारा कुछ मिले, अगे का पता नहीं। और उथे तय लिख दिता, पता नहीं कीट पतंगा की बनांगे जाके, कुछ पता नहीं। मैं जा रहा हूं, मैं जा रहा हूं। लोग मरण तो डरते हैं, जाना भी है और पता भी नहीं कितने जाना। पर सतयुग दी आत्मा क्वालिटी वाली से उन्होंने पता सीगा कि असी इथों शरीर छोड़ना। 150 साल हो गए इस चोले च, हुण चोला बदली करन दा टाइम। फलाने राजे दे घर जाके फिर तो बेबी बन के न्यू चोला लेना। क्वालिटी दी सोल, देयर इज अ बिग डिफरेंस क्वालिटी दी सोल दा ते अजकल दी सोल दा। देवी देवता मनुष्य सीगे, साडे वर्गे ही सीगे, ਅਸੀਂ ਹੀ ਸੀਗੇ, ਸਾਡੇ ਵਰਗੇ ਕੀ ਅਸੀਂ ਹੀ ਸੀਗੇ। ਜਿਨ੍ਹਾਂ ਨੂੰ ਇਹ ਗਿਆਨ ਸਮਝ ਆ ਜਾਂਦਾ, ਦੇਵੀ ਦੇਵਤਾ ਬਣ ਜਾਂਦੇ। ਸੋ ਕਲਯੁਗ ਦੇ ਵਿੱਚ ਫਿਰ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ। ਵਿਕਾਰ ਤਾਂ ਸ਼ੁਰੂ ਹੋ ਗਏ ਦੁਆਪਰ ਚ, ਪਰ ਬਿਮਾਰੀਆਂ ਨਹੀਂ ਸੀਗੀਆਂ ਉਸ ਟਾਈਮ। ਜਿਉਂ-ਜਿਉਂ ਆਤਮਾ ਦੀ એનર્ਜੀ ਯੂਜ਼ ਹੁੰਦੀ ਗਈ, ਜਨਮ ਲੈਂਦੇ ਗਏ, ਆਤਮਾ ਦੀ એનર્ਜੀ ਹੋਰ ਯੂਜ਼ ਹੋ ਜਨਮ ਲੈ ਜਾ, ਔਰ ਜਨਮ ਵੱਧਦੇ ਜਾ ਰਹੇ, दुख वधदा जा रहा, लाइफ स्पैन घटदा जा रहा। ਇਹ ਹੁੰਦਾ ਕਿੱਥੇ ਤਾਂ 16 ਕਲਾ ਸੀਗਾ। ਕਲਯੁਗ ਦੀ ਸ਼ੁਰੂਆਤ ਹੀ 9 ਕਲਾ ਤੋਂ ਹੁੰਦੀ, 9 ਕਲਾ ਕਹਿੰਦੇ ਹੁੰਦੀ। ਫਿਰ ਬਿਲਕੁਲ ਕਰਦੇ ਕਰਦੇ ਬਿਲਕੁਲ NO नो ਕੁਝ ਵੀ ਨਹੀਂ ਰਹਿੰਦਾ। 9 ਤੋਂ ਸ਼ੁਰੂ ਹੋ ਕੇ 9 ਤੇ ਆ ਗਿਆ। और ਇੱਥੇ ਜੋ ਹੈ ਲਾਈਫ ਸਪੈਨ ਬਹੁਤ ਥੋੜਾ ਹੋ ਜਾਂਦਾ। और इत्थे जन्म हो जाते हैं 42, सब तो ज्यादा जन्म इत्थे। अजकल तुसीं देख रहे हो ना कितनी छोटी छोटी लाइफ बनी हुई, कितनी जल्दी जल्दी लाइफ खत्म हो रही। क्यों? कलयुग का टाइम है, सैटलिंग टाइम है। चारों ही युगों की आयु तो सेम ही है। जिहड़ा अवधि पीरियड, टाइम पीरियड है, इन्हां दा सेम है। 1250 1250 1250 टोटल 5000 हो गया। टोटल 5000 हो गए। पर ਇਹਦੇ ਵਿੱਚ बहुत बीमारियां, टेंशन्स, तन की बीमारी, मन की बीमारी, धन की बीमारियां, जन जन की बीमारियां, मन संबंध भी अच्छे ने। देखिया है ना अपनी अपनी लाइफ च, घर च देखिया संबंध आजकल किदां ने। सो ये सारे ही प्रॉब्लम्स इत्थे कलयुग च शुरू हो जाते। और 1250 ਇਹਦੇ ਚ जन्म हो गए। 42 जन्म इन्ने थोड़े जे टाइम च, कितने 8 जन्म सतयुग च, उन्ना ही टाइम है। और लाइफ स्पैन 150 है। तुसीं देख सकते डिफरेंस की है। अपनी तीसरी अख दे नाल पूरा पूरा सीन जिद्दां पूरा चित्र सामने आ रहा। कलयुग की हालत की है और सतयुग च की सीगा। कितनी थोड़ी इन्नी ही लैंड दे विच पूरे ही, ये तो अमेरिका वगैरह सारे तो कलयुग च बने हैं, सारे ही देश। अमेरिका नूं आए कितने साल होए? 300 साल। तो ये कदों आया? फिर तुसीं हुण साइकिल के हिसाब नाल समझो कदों आया? कलयुग च आया। कलयुग भी अद्धा बीत जाने तो बाद। तो क्योंकि ओ आत्माएं उस टाइम
ਨਵੀਆਂ ਉਤਰ ਕੇ ਆ ਰਹੀ। ਇਸ ਕਰਕੇ ਜਿਹੜੀ ਵੀ ਆਤਮਾ ਘਰ ਤੋਂ ਨਵੀਂ ਆਉਂਦੀ ਹੈ, ਪਹਿਲਾ ਜਨਮ ਲੈਂਦੀ ਹੈ, ਉਹਨਾਂ 'ਚ ਕੁਝ ਉਹ ਆਪਣੇ ਹਿਸਾਬ ਦੇ ਨਾਲ ਆਪਣੀ ਸਟੇਜ ਉਹਨਾਂ ਦੀ ਉਸ ਟਾਈਮ ਅੱਛੀ ਸਟੇਜ, ਕਿਉਂਕਿ ਫਸਟ ਬਰਥ ਫਰੈਸ਼ ਆਤਮਾ ਆ ਰਹੀ ਹੈ, ਭਲੇ ਉਹਦਾ ਜਨਮ ਵਿਕਾਰ ਨਾਲ ਹੋ ਰਿਹਾ। ਸਤਯੁਗ ਤ੍ਰੇਤਾ 'ਚ ਕਿਸੇ ਦਾ ਜਨਮ ਵਿਕਾਰ ਨਾਲ ਨਹੀਂ ਹੋਇਆ, ਇਸ ਕਰਕੇ ਆਤਮਾ 'ਚ ਤਾਕਤ ਨਹੀਂ। ਪਰ ਇੱਥੇ ਜਦੋਂ ਆ ਜਾਂਦੇ ਦੁਆਪਰ 'ਚ ਸਾਰੀਆਂ ਆਤਮਾ ਵਿਕਾਰ ਨਾਲ ਪੈਦਾ ਹੋ ਰਹੀਆਂ। ਔਰ ਜਦੋਂ ਕਲਯੁਗ ਦੇ ਕਲਯੁਗ ਅੱਧਾ ਨਿਕਲ ਜਾਂਦਾ, 1250 650 ਸਾਲ ਨਿਕਲ ਗਏ, ਇਹ ਤਾਂ 300 ਸਾਲ ਹੀ ਹੋਏ, ਕਲਯੁਗ 3/4 ਨਿਕਲ ਗਿਆ, ਤਦ ਇਹ ਕੰਟਰੀਜ਼ ਆਈਆਂ। ਪਰ ਇਹਨਾਂ ਦਾ ਵੀ ਪਾਠ ਸੀਗਾ ਐਂਡ ਜਾਣ ਦਾ। ਰਚਤਾ ਇੱਕ ਹੈ, ਪਰਮ ਪਿਤਾ ਪਰਮਾਤਮਾ, ਦਾਤਾ ਇੱਕੋ ਹੀ ਹੈ। ਇਹ ਉਹਨੇ ਸਾਰੇ ਸੈਟਲਿੰਗ ਕੀਤੀ ਹੋਈ ਹੈ। ਔਰ ਫਿਰ ਜਦੋਂ ਇਹ ਸਾਰੀਆਂ ਆਤਮਾ ਥੱਲੇ ਆ ਜਾਂਦੀਆਂ ਉੱਤੋਂ, ਹਨਾ, ਕਿ ਨੂੰ 300 ਸਾਲ ਹੈ, ਉਸ ਤੋਂ ਬਾਅਦ ਵੀ ਕੋਈ ਧਰਮ ਰਹਿ ਗਿਆ। ਗੁਰੂ ਨਾਨਕ ਦੇਵ ਜੀ ਆ, ਉਹਨਾਂ ਨੂੰ ਵੀ ਕਿੰਨੇ ਸਾਲ ਹੈ, 500 ਸਾਲ ਹੋਏ, ਤਾਂ ਕਲਯੁਗ ਅੱਧ ਤੋਂ ਬੀਤਣ ਤੋਂ ਬਾਅਦ ਉਹ ਆਏ, ਸਿੱਖ ਧਰਮ ਦੀ ਸਥਾਪਨਾ ਹੋਈ। ਔਰ ਹੋਰ ਜਿੰਨੇ ਵੀ ਛੋਟੇ ਛੋਟੇ ਬ੍ਰਾਂਚਿਸ ਨਿਕਲਦੀਆਂ ਗਈਆਂ, ਝਾੜ ਤਾਂ ਇੱਕੋ ਹੀ ਹੈ, ਪੇੜ ਤਾਂ ਇੱਕੋ ਹੀ ਹੈ, ਉਹਦੇ ਬ੍ਰਾਂਚਿਸ ਨਿਕਲਦੀਆਂ ਗਈਆਂ, ਛੋਟੀਆਂ ਛੋਟੀਆਂ ਟਹਿਣੀਆਂ ਨਿਕਲੀਆਂ, ਛੋਟੇ ਛੋਟੇ ਮੱਠ ਪੰਥ ਨਿਕਲਦੇ। ਹੁਣ ਤਾਂ ਕਿੰਨੇ ਹੀ ਨਿਕਲਿਆ ਨਾ, ਸਾਰੀਆਂ ਆਤਮਾ ਉੱਪਰੋਂ ਥੱਲੇ ਆ ਗਈਆਂ, ਸਾਰੇ ਨਿਕਲੇ। ਜਦੋਂ ਸਾਰੇ ਆ ਜਾਂਦੀਆਂ ਥੱਲੇ, ਮੈਕਸਿਮਮ ਹੈਗੇ 84 ਬਰਥ, ਮਿਨੀਮਮ ਹੈਗਾ 1 ਬਰਥ। ਜਿਹੜੇ ਲੋਕੀ ਕਹਿੰਦੇ ਸਾਨੂੰ ਮੋਕਸ਼ ਚਾਹੀਦਾ ਹੈ, ਪਰਮ ਪਿਤਾ ਪਰਮਾਤਮਾ ਨੇ ਦੱਸਿਆ ਹੈ ਕਿ ਮੋਕਸ਼ ਤਾਂ ਕਿਸੇ ਨੂੰ ਮਿਲਦਾ ਹੀ ਨਹੀਂ। ਉਹ ਬੈਠਾ ਨਾ ਸਭ ਤੋਂ ਉੱਤੇ, ਜਿਹਨੂੰ ਜਿਹੜਾ ਮੋਕਸ਼ ਕਰਦਾ ਹੈ, ਉਹਨੇ ਉਹਦੇ ਕੋਲ ਜਾ ਕੇ ਬੈਠਣਾ, ਕਿਉਂਕਿ ਉਹ ਇੱਕੋ ਹੀ ਘਰ, ਇੱਕੋ ਹੀ। ਔਰ ਉਹ ਦੱਸ ਰਿਹਾ, ਘਰ ਵਾਲਾ ਦੱਸ ਰਿਹਾ, ਘਰ 'ਚ ਰਹਿਣ ਵਾਲਾ, ਕਿ ਵੀ ਮੋਕਸ਼ ਕਿਸੇ ਨੂੰ ਨਹੀਂ ਮਿਲਦਾ। ਹਾਂ, ਜਨਮ ਘੱਟ ਵੱਧ ਜ਼ਰੂਰ ਹੁੰਦੇ। ਹੁਣ ਜਦੋਂ ਸਤਯੁਗ ਵਾਲੀ ਆਤਮਾ ਨੀਚੇ ਸੀਗੀਆਂ, ਤਾਂ ਤ੍ਰੇਤਾ ਦੁਆਪਰ ਕਲਯੁਗ ਦੀ ਆਤਮਾ ਕਿੱਥੇ ਸੀਗੀਆਂ ਉਸ ਟਾਈਮ? ਸਾਰੇ ਸੰਸਾਰ 'ਚ ਕੇਵਲ ਸਤਯੁਗ ਸੀਗਾ। ਭਾਰਤ 'ਚ ਸਿਰਫ 9 ਲੱਖ ਆਤਮਾ, ਅੱਜ ਕਿੰਨੀਆਂ ਹੈਗੀਆਂ? 8 ਬਿਲੀਅਨ। ਸੋਰਸਿਸ ਤਾਂ ਉਹਨੇ ਹੀ ਸੀਗੇ, ਰਿਸੋਰਸਿਸ ਉਹਨੇ ਹੀ ਸੀਗੇ, ਔਰ ਉਹਨੇ ਹੀ ਰਿਸੋਰਸਿਸ, ਸਾਰੇ ਰਿਸੋਰਸਿਸ ਸਤਯੁਗ ਵਾਲੀ ਆਤਮਾ ਦੇ ਕੋਲ ਸੀ। ਔਰ ਫਿਰ ਆਤਮਾ ਹੌਲੀ ਹੌਲੀ ਵੱਧਦੀਆਂ ਗਈਆਂ, ਤਾਂ ਉਹ ਸ਼ੇਅਰ ਕਰਦੇ ਗਏ ਨਾ ਸਾਰਾ ਪਾਠ। ਸ਼ੇਅਰ ਕਰਦੇ ਕਰਦੇ ਅੱਜ ਕੀ ਹੋ ਗਿਆ, ਸਾਰੇ ਹੀ ਜਿੰਨੇ ਰਿਸੋਰਸਿਸ ਸੀ ਸਭ ਸ਼ੇਅਰ ਕਰ ਰਹੇ। ਅੱਜ ਲੋਕਾਂ ਨੂੰ ਖਾਣ ਨੂੰ ਨਹੀਂ ਮਿਲ ਰਿਹਾ, ਕੁਆਲਿਟੀ ਡਾਊਨ ਹੋ ਗਈ। ਅੱਜ ਕੈਮੀਕਲ ਪਾ ਕੇ ਪ੍ਰੋਡਕਸ਼ਨ ਹੋ ਰਹੀ ਹੈ, ਕਿਉਂਕਿ ਇਹਨੇ ਲੋਕਾਂ ਨੂੰ ਭੋਜਨ ਤਾਂ ਦੇਣਾ ਹੀ ਹੈ। ਉਹਦੇ ਨਾਲ ਕੀ ਹੋ ਗਿਆ, ਬਿਮਾਰੀਆਂ ਹੋਰ ਵੱਧ ਰਹੀਆਂ। ਸੋ ਜਿੱਦਾਂ ਆਤਮਾ ਦੀ એનર્ਜੀ ਘਟਦੀ ਗਈ, ਹੋਰ ਉੱਪਰੋਂ ਆਤਮਾ ਐਡ ਹੁੰਦੀਆਂ ਗਈਆਂ। ਉਹ ਆਤਮਾ ਪਾਵਰਫੁਲ ਨਹੀਂ ਸੀਗੀਆਂ। ਪਾਵਰਫੁਲ ਆਤਮਾ, ਸ਼ਕਤੀਸ਼ਾਲੀ ਆਤਮਾ ਸਿਰਫ ਸਤਯੁਗ ਵਾਲੀਆਂ ਸੀ, ਸਿਰਫ ਸਤਯੁਗ ਵਾਲੀ। ਔਰ ਹਰ ਇੱਕ ਦੇ ਆਪਣੇ ਆਪਣੇ ਜਨਮ ਹੈ। ਕਿਸੇ ਨੇ 84 ਲਿੱਤੇ, ਕਿਸੇ ਨੇ 82 ਲਿੱਤੇ, ਕਿਸੇ ਨੇ 70 ਲਿੱਤੇ, ਕਿਸੇ ਨੇ 72, ਕਿਸੇ ਨੇ 10, ਕਿਸੇ ਨੇ 12, ਕਿਸੇ ਨੇ 1 ਜਨਮ ਲਿੱਤਾ। ਇਹੋ ਜਿਹੀ ਆਤਮਾ ਹੈਗੀਆਂ ਜਿਨ੍ਹਾਂ ਦਾ ਸਿਰਫ 1 ਜਨਮ। ਔਰ ਉਹ ਕਦੋਂ ਆਉਂਦੀ ਹੈ? ਕਲਯੁਗ ਦੇ ਅੰਤ 'ਚ। ਉਹਨਾਂ ਨੇ ਕੋਈ, ਜਿੱਦਾਂ ਪੂਰੀ ਪਿਕਚਰ 3 ਘੰਟੇ ਦੀ ਹੈ, ਉਹ ਸਿਰਫ ਐਂਡ 'ਚ ਆਉਂਦੇ 15 ਮਿੰਟ ਦੇਖਦੇ ਹਨ। ਉਹਨਾਂ ਨੂੰ ਕੀ ਪ੍ਰਾਪਤੀ ਹੋਏਗੀ ਉਸ ਮੂਵੀ ਤੋਂ? ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਕਿ ਇਸ ਤੋਂ ਪਹਿਲਾਂ ਕੀ ਐਂਟਰਟੇਨਿੰਗ ਸੀਗਾ, ਕੀ ਸ਼ੋਅ ਚੱਲ ਰਿਹਾ ਸੀਗਾ, ਕਿੱਥੇ ਕੀ ਹੋਇਆ, ਕੁਝ ਸਮਝ ਨਹੀਂ ਆਇਆ। ਔਰ ਜਿਹਨਾਂ ਨੇ ਫੁੱਲ ਮੂਵੀ ਦੇਖ ਰਹੀ ਹੈ, ਉਹ ਇੰਜੋਏ ਕਰ ਰਹੇ, ਉਹ ਹੱਸ ਰਹੇ। ਔਰ ਜਦੋਂ ਉਹ ਐਂਟਰ ਕਰਦੇ, ਉਹ ਕਹਿੰਦੇ ਸਾਨੂੰ ਤਾਂ ਕੋਈ ਹੱਸਣ ਵਾਲੀ ਗੱਲ ਨਹੀਂ ਲੱਗੀ, ਕਿਉਂਕਿ ਉਹਨਾਂ ਨੇ ਦੇਖਿਆ ਹੀ ਕੁਝ। ਸੋ 1 ਜਨਮ ਵਾਲੀ ਆਤਮਾ ਔਰ 84 ਵਾਲੀ, ਬਾਕੀ ਸਾਰਿਆਂ ਦੇ ਆਪਣੇ ਆਪਣੇ। ਇਹ ਤੁਸੀਂ ਆਪਣੇ ਆਪ ਹੀ ਜੱਜ ਕਰ ਸਕਦੇ ਹੋ ਕਿ ਅਸੀਂ ਕਿੱਥੇ ਆਏ ਹੋਵਾਂਗੇ ਔਰ ਕਿੱਥੇ ਅਸੀਂ ਆਣਾ ਹੈ। ਚੂਜ਼ ਕਰ ਸਕਦੇ। ਪਰਮਾਤਮਾ ਹਰ ਇੱਕ ਨੂੰ ਮੌਕਾ ਦਿੰਦਾ। ਹਰ ਕੋਈ ਆਪਣਾ ਜਨਮ ਚੂਜ਼ ਕਰ ਸਕਦਾ ਕਿ ਮੈਂ ਕਿੱਥੇ ਆਣਾ। ਜੇ ਮੈਂ ਸਤਯੁਗ 'ਚ ਆਣਾ, ਮਨਾ ਨਹੀਂ ਹੈ ਤੁਹਾਨੂੰ, ਕੋਈ ਨਹੀਂ, ਤੁਹਾਡੀ ਆਪਣੀ ਚੋਇਸ ਹੈ। ਉਹੋ ਜਿਹੀ ਕੁਆਲਿਟੀ ਦਾ ਐਫਰਟ, ਉਹੋ ਜਿਹੀ ਕੁਆਲਿਟੀ ਦੀ ਪਰਮਾਤਮਾ ਦੀ ਯਾਦ, ਉਹੋ ਜਿਹੀ ਕੁਆਲਿਟੀ ਦੇ ਕਰਮ ਆਪਣੇ ਆਪ ਸ਼ੁਰੂ ਹੋ ਜਾਂਦੇ। ਉਹ ਇੱਛਾ ਤਾਂ ਜਾਗਰਿਤ ਹੋ ਜਾਏ ਇੱਕ ਵਾਰੀ कि मैं ही देव आत्मा हूँ, मैं ही देवी हूँ, मैं ही देवता हूँ। देवी देवता कोई है नहीं कि पिक्चर दिखाती या मूर्तियां दिखाती। वो तो एक कहानियां बन गई बाद जो कहानियां के उत्ते समझाया जाता जो कि सच सीगा,
सच की सीगा ਉਹਨੂੰ ਪਕੜਨਾ ਨਾ ਕਿ ਉਸ ਪਿਕਚਰਸ ਨੂੰ ਪਕੜਨਾ ਸੱਚ ਕੀ ਸੀਗਾ ਕਿ ਇਹੋ ਜਿਹੇ ਲੋਕੀ ਵੈਲਿਊਏਬਲ ਸੀਗੇ ਇਹਨਾਂ ਦੇ ਕੋਲ ਵੈਲਿਊ ਸੀਗੇ ਵਰਚੂਜ਼ ਸੀਗੇ ਇਹਨਾਂ ਦੇ ਕੋਲ ਪਾਵਰ ਸੀਗੇ ਤਾਂ ਅਸੀਂ ਕੀ ਕਰਦੇ ਹਾਂ ਅਸੀਂ ਖਾਲੀ ਪਿਕਚਰਾਂ ਤੇ ਮੂਰਤੀਆਂ ਤੇ ਅਟਕ ਜਾਂਦੇ ਹਾਂ ਅਸੀਂ ਫਿਰ ਮੂਰਤੀਆਂ ਨੂੰ ਦੇਖ ਕੇ ਕਹਿ ਦਾਂਗੇ ਅਸੀਂ ਨਹੀਂ ਮੰਨਦੇ ਦੇਵੀ ਦੇਵਤੇ ਗੱਲ ਉਹ ਨਹੀਂ ਹੈ ਬਾਣੀ ਚ ਲਿਖਿਆ ਮਾਨਕ ਤੇ ਦੇਵਤੇ ਕੀ ਮਨੁष्य ਤੋਂ ਬਣਿਆ ਦੇਵਤਾ ਔਰ ਉਹ ਐਕਸੈਪਟ ਕਰੋ ਕਿ ਉਹ ਮੈਂ ਹੀ ਸੀਗਾ ਕੋਈ ਹੋਰ ਨਹੀਂ ਸੀਗਾ ਮਨੁष्य ਤਾਂ ਹੈਗੇ ਆ ਨਾ ਕਿਵੇਂ ਨਹੀਂ ਅਸੀਂ ਐਕਸੈਪਟ ਕਰਦੇ ਕਿ ਅਸੀਂ ਮਨੁष्य ਨਹੀਂ ਪਰ ਜਦੋਂ ਅਸੀਂ ਪੜ੍ਹਦੇ ਸੀਗੇ ਨਾ ਉਦੋਂ ਅਸੀਂ ਕਦੀ ਸੋਚਿਆ ਨਹੀਂ ਕਿ ਅਸੀਂ ਇਹ ਬਣ ਸਕਦੇ ਕਿਉਂਕਿ ਅਸੀਂ ਆਪਣਿਆਂ ਨੂੰ ਉਨਾ ਉੱਚਾ ਸਮਝਿਆ ਹੀ ਇਹ ਆਤਮਾ ਦੀ ਰੂਹਾਨੀ ਗਿਆਨ ਹੈ ਰੂਹਾਨੀ ਗਿਆਨ ਚ ਨਾ ਸਭ ਤੋਂ ਜ਼ਿਆਦਾ ਮੋਸਟ ਇੰਪੋਰਟੈਂਟ ਚੀਜ਼ ਹੈ ਅਟੈਂਸ਼ਨ ਐਂਡ ਐਕਸੈਪਟੈਂਸ ਦੋ ਚੀਜ਼ਾਂ ਚਾਹੀਦੀਆਂ ਬਸ ਆਪੇ ਆਪ ਫਿਰ ਗਿਆਨ ਸਮਝ ਆਉਂਦਾ ਇੱਕ ਤਾਂ ਅਟੈਂਸ਼ਨ ਪੂਰੀ ਹੋਵੇ ਦੂਸਰਾ ਹੈ ਐਕਸੈਪਟੈਂਸ ਕਿ ਮੈਂ ਐਕਸੈਪਟ ਕਰ ਲਿਆ ਮੈਂ ਹੀ ਸੀ ਜੇ ਮੈਂ ਸੋਚਦੀ ਹਾਂ ਮੈਂ ਨਹੀਂ ਸੀ ਦੇਵਤਾ ਤੇਰਾ ਗਿਆਨ ਸਮਝ ਨਹੀਂ ਆਉਣ ਲੱਗਾ ਫਿਰ ਜਿੰਨੀ ਵਾਰੀ ਮਰਜ਼ੀ ਪੜ੍ਹੀ ਜਾਓ ਸੁਣੀ ਜਾਓ ਇੱਥੋਂ ਵੀ ਸੁਣ ਲਿਆ ਉੱਥੋਂ ਵੀ ਸੁਣ ਲਿਆ ਕੋਈ ਕਹਿ ਦਿੰਦੇ ਇੱਥੇ ਡਾਊਟ ਸੀ ਉੱਥੇ ਡਾਊਟ ਸੀ ਐਕਸੈਪਟ ਕਰੋ ਕਿ ਮੈਂ ਹੀ ਦੇਵ ਆਤਮਾ ਸੀਗੀ ਜਦ ਬਾਣੀ ਚ ਲਿਖਿਆ ਮਨੁੱਖ ਤੋਂ ਦੇਵਤੇ ਕੀ ਮਨੁੱਖ ਕਿਹੜਾ ਸੀਗਾ ਮੈਂ ਹੀ ਤਾਂ ਮਨੁੱਖ ਹਾਂ और मैंने देवता बना ली परम पिता परमात्मा का इतना प्यार है कि मेरे वास्ते नीचे आए ये ज्ञान उन्हें मेरे वास्ते दिता इट डजंट मैटर कदों दिता है किने दिता है किदां दा दिता है नहीं तो ओदी नॉलेज है तुसी किसी दे कोलों भी सुनोगे किते भी जाके सुनोगे ब्रह्मा कुमारी दी नॉलेज सेम ही कितों भी सुन यही चीज है पर होना एक्सेप्टेंस कलयुग के अंत दे विच परम पिता परमात्मा नू आना ही पैंदा सारी आत्मा नीचे आ तो कलयुग का अंत हो रहा सतयुग की शुरुआत हो रही है चक्कर है ना ਉਹਦੇ ਵਿੱਚ ਇਹ ਪੀਰੀਅਡ ਆਂਦਾ ਹੈ ਜਿੱਦਾਂ ਘੜੀ ਹੈ ਘੜੀ ਚੱਕਰ ਘੁੰਮਦਾ ਪਤਾ ਨਹੀਂ ਲੱਗਦਾ ਨਾ ਕਿੱਥੇ ਸ਼ੁਰੂ ਹੋਇਆ ਰਾਤ ਦੇ 12 ਵਜੇ ਤੁਸੀਂ ਕਹੋਗੇ ਸ਼ੁਰੂ ਹੋਇਆ ਸਵੇਰ ਦੇ 12 ਵਜੇ ਸ਼ੁਰੂ ਹੋਇਆ ਕਦੋਂ ਸ਼ੁਰੂ ਹੋਇਆ ਪਤਾ ਹੀ ਨਹੀਂ ਪਰ ਇਹਨਾਂ ਦੇਖਦੇ ਹੋ ਕਿ 12 ਵਜ ਜਾਂਦੇ ਟਾਈਮ ਚੇਂਜ ਹੋ ਜਾਂਦਾ ਏਦਾਂ ਹੀ ਇਹ ਸਤਯੁਗ ਦੇ ਵੀ ਹੁਣ ਆਲਮੋਸਟ 12 ਵਜਣ ਵਾਲੇ ਕਲਯੁਗ ਦੇ ਸਾਥ ਆਲਮੋਸਟ 12 ਹੁਣ 11 ਵਜੇ ਤੱਕ 12 ਵਜਣ ਚ 5 ਮਿੰਟ ਬਾਕੀ ਇਹ ਸੋਚ ਲਓ 5 ਮਿੰਟ ਮੀਨਸ ਹੋ ਸਕਦੇ 15-20 ਸਾਲ ਹੋ ਸਕਦੇ बाबा टाइम कॉन्शियस नहीं बनाता परमात्मा टाइम नहीं दसदा बस सिर्फ मेन गल दसदा है कि मेन गल की है लोग टाइम पूछते जिन्होंने भी गल करो ना तुसी कलयुग है हुण विनाश होना ही है हुण तां खत्म हो रहा है क्योंकि हर चीज की क्वालिटी देखो हर बंदे नू देखो तुसी हर बंदे च की है गुस्सा ही चढ़िया रहिंदा हर बंदे च की है इरिटेटेड ही रहिंदा जे तुहानू मुख नाल अच्छा बोल भी देगा लेकिन अंदरों ओहदा भाव अच्छा नहीं है क्योंकि अंदर तो बहुत कुछ चल रहा है फिर वही पूछते हैं कि कलयुग का विनाश कदों खत्म होए तो बाबा भगवान जो है ना उसे बाबा कहने और टाइम कॉन्शियस नहीं बनाता क्यों नहीं बनाता क्योंकि थानू अपना पता नहीं कि तुसी कदों शरीर छड्ड देना जे थानू कोई कह दे जे 15 साल है तुसी लेजी हो जाओ अच्छा जी सीख लेंगे फिर सीख लेंगे हले कोई जरूरी नहीं हले तो बड़ा टाइम और जे तुसी 2 दिन बाद ना उठो कल ना उठो सवेरे अपनी तो छुट्टी गई अपना तो चांस खत्म अगे तो चांस है ही नहीं फिर अगे तो चांस है ही नहीं तो भूल ही जाओ फिर क्यों क्योंकि जब तुसी कह भी रहे हो 15 साल है तो तुसी किसी के घर जाओगे बेबी बनते हो किहो जे घर च जन्म होंदा है वो पाठ पूजा वाले है भी है कि नहीं है किदां दे उस संस्कार का प्रभाव तो आत्मा ते आएगा तुसी भक्ति च जाते हो तुसी ज्ञान च आने हो कि नहीं आते हो जो फ्रेंड्स मिलते हैं कि नहीं मिलते तब तक तो सृष्टि बदल गई तो चांस मिले से तुसी घुस करता तो हुण हर एक आई ओपनिंग है हर एक लिए ये कलयुग का समय हुण तो दुनिया वाले कह रहे हैं कलयुग का अंत होना ही है हुण मैं दस रही थी किसी ने मैंने पिक्चर भेजी कि भी गाय जदों गऊ अपना दुध पीन लग जाती है तो समझ लो कलयुग का अंत होया ही होया ये कलयुग के अंत की निशानी अंत दियां तो कई निशानियां कलयुग के अंत दी
एक माँ बाप नूं कोई नहीं रख सकता बच्चे, और एक माँ बाप 6 बच्चों नूं पाल लेंदे। कहंदे ना एक घड़े दा पानी 6 घड़ियां च आ जांदा। 6 घड़े दा पानी एक घड़े च आ जांदा, पर एक घड़े दा 6 घड़ियां च नहीं आंदा। ये बच्चे हैगे माँ बाप दे, माँ बाप संभाल लेंगे बड़ी खुशी नाल, पर जदों माँ बाप नूं संभालना पै जांदा है तो सारे फिर वंड लैंदे, इन्ने दिन तेरे ते इन्ने दिन मेरे ते इन्ना 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 कर। कलयुग दी निशानी। तो कलयुग दा अंत तो होना ही है। कलयुग दे अंत च परम पिता परमात्मा है। वो कोई साडे रिश्ते तोड़ांदा नहीं है, वो साडे रिश्तियां नूं होर स्ट्रोंग करदा है और होर प्यूरीफाई करदा है। जिथे भी असीं रह रहे हैं, जिन्हां दे नाल भी असीं रह रहे हैं, उन्हां दे नाल साडे संबंध ज्यादा अच्छे हो जांदे, क्योंकि सानूं ज्यादा ज्ञान दी समझ आ गई। पहला ज्ञान दी समझ नहीं सी, इस करके रिश्ते खराब सी। हुण परमात्मा दे ने सानूं सिखाया है कि तुसीं देव आत्मा हो, तुहाडा काम है देना। तो लड़ाई झगड़ा बंद हो गया। देवतां दे हत्थ किदां दिखाए हुए? देंदा होया हत्थ ना। एक तो हत्थ दिखांदे ऊपर वरदानी हत्थ है कि सारिਆਂ ਨੂੰ ब्लैसिंग दे। देवता तुसीं देना, चाहे बंदा किदां दा भी 100% रॉन्ग है, तां भी तुसीं देना। जदों परमात्मा दी गल याद आ जाएगी तो परमात्मा शक्ति भी देगा ना, ਉਹਨੂੰ यूज करन दी हिम्मत भी आंदी। और जदों मैं ਉਹਨੂੰ यूज कर रही हां तो इट मीन्स कि आई एम इमीडिएटली सो। जदों मैं नहीं यूज कर रही इट मीन्स कि आई एम कलयुगी सो, है ना। जिद्दां ਉਹਨੇ ਕੀਤਾ ਉਹਨੇ भी ਏਦਾਂ ਕੀਤਾ, ਉਹਨੇ भी ਏਦਾਂ ਕੀਤਾ, मैं भी ਏਦਾਂ ਕੀਤਾ, तो फर्क की है? सारे इक्को जिहे हो गए। तो परम पिता परमात्मा इत्थे आके ज्ञान दिंदा है, सच्चा ज्ञान कि तुसीं कौन हो? आत्मा हो। हुण इह सृष्टि चक्र पूरा होण ते आया, हुण खत्म होया कि होया, और किसी नूं पता नहीं है ਇਹਦਾ लास्ट मिनट लास्ट मोमेंट की होएगा। तुसीं देखो ਇਹ कोरोना वायरस फैलिया, किसी नूं पता सी ਏਦਾਂ होएगा कि सारा ही वर्ल्ड शट डाउन हो जाएगा? किसी ने सोचा सी? अचानक। और अज मैं इंडिया च गल कर रही थी तो दस रहे सी, कहंदे बबली बुरा हाल है इत्थे तां ना, लोकी रोज खबरां च मिलदा है कि बिजनेसमैन सुसाइड कर रहे हैं क्योंकि कर्जा ना चढ़िया, उतरेगा कितना? हाले तक शुरू होने का नाम नहीं। अचानक ये होएगा, किसी नूं तो वाहवा नींद आ गई है। ज्ञान की लोरी, एक ज्ञान नूं लोरी भी कहा जाता है। सो हुण परम पिता परमात्मा दी पधरावनी हो गई है, और हुण तुहाडा अपना डिसीजन है कित्थे आना। साइकिल सारी साइकिल की समझ आ गई। सतयुग जाना है, त्रेता जाना है, द्वापर जाना है, कलयुग जाना। अपनी चॉइस है ना। आत्मा अपनी चॉइस नाल आप ही जन्म लैंदी, अपनी चॉइस नाल आप ही जन्म लैंदी, अपने रिश्तेदार आप ही चूज करदी। असीं पहलां कहंदे हुंदे सी सानूं समझ नहीं सीगी, असीं थोड़ा चूज किया अपने पेरेंट्स। हुण समझ लगी, यस वी डिड, क्योंकि असीं उन्हां आत्मा नाल इहो जिहा कर्म कीता। हुण परमात्मा ने सानूं ज्ञान देता, ਉਹ ਕਹਿੰਦਾ चूज करो तुसीं कित्थे आना। ਏਦਾਂ ही असीं बाकी दे सारे काम करदे आए, ਇੱਥੋਂ ही समझ आंदी सारी गल्लां। ਏਦਾਂ ही सारे काम करदे आ, चॉइस साडी, ਉਹ मदद ਉਹਦੀ है, ਉਹ ਹੈਲਪ ਕਰਨ ਨੂੰ ਬੰਦਿਆ ਹੋਇਆ, ਅਨਕੰਡੀਸ਼ਨਲ ਲਵ ਦਿੰਦਾ। ਉਹ ਦੇਖਦਾ ਨਹੀਂ ਹੈ ਇਹ ਕਿਹੜੀ ਜਾਤੀ ਦਾ ਹੈ, ਕਿਹੜੇ ਧਰਮ ਦਾ ਹੈ, ਉਹਨੂੰ ਕੋਈ ਮਤਲਬ ਨਹੀਂ ਹੈ। ਇਹ ਤਾਂ ਅਸੀਂ ਲੋਕ ਮਤਲਬ ਰੱਖਦੇ ਹਾਂ, ਮੁਸਲਮਾਨ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ, ਇਹ ਈਸਾਈ ਹੈ, ਅਸੀਂ ਲੋਕ ਰੱਖਦੇ। ਉਹ ਨਹੀਂ ਰੱਖਦਾ, ਕਿਉਂਕਿ ਉਹ ਰੂਹਾਂ ਨੂੰ ਦੇਖਦਾ। ਰੂਹਾਂ ਤਾਂ ਸਾਰੀਆਂ ਇੱਕੋ ਜਿਹੀਆਂ, शरीरां दे धर्म अलग हो गए, रूहां दा धर्म इक्को ही है। तो परम पिता परमात्मा आके एक धर्म की स्थापना कर, कि सारिਆਂ ਨੂੰ कहंदा कि तुसीं सारे मेरे बच्चे। हुण ओहदा हुक्म नूं मनना ये साडे उत्ते। असीं गांदे तां है हुक्म ही हुक्म चलाए रहो, हुक्म चलाया उन्हें। जो ज्ञान दिता है ये ओहदा हुक्म है, उन्हें ज्ञान दिता। ये किसी बंदे का दिता हुआ नहीं है। जो चित्र बने हैं तुसीं चित्र देख सकते हो, गूगल ते हैगे आ, यूट्यूब ते हैगे आ। यूट्यूब ते भी तुसीं वर्ल्ड साइकिल ड्रामा ब्रह्मा कुमारी दा सुन सकते हो। कितनियां क्लासेस होणगियां ओहदी, तुहानूं मिलियन क्लासेस मिल जाणगी। मेन चीज़ां तां ओही है।
सकदा किसी किसी कोई साइंटिस्ट इंटैलेक्ट वाला उन्हें ज्यादा होर एक्सप्लेन किया होया कि धरती इस कंडीशन ते है धरती इधरले पासे है ते सूरज इधर है उन्हें ज्यादा होर डेप्थ च लेके गए विच आई डोंट नो मैनू नहीं पता होगा पर सानू तो मोटिया मोटिया गल्लां दा पता है उन्नियां मैं सानू दस दित्तियां च गल्लां जे तुसीं होर डेप्थ जानो यू आर वेलकम टू जॉइन यूट्यूब और सारा कुछ दस्या है कि क्यों सृष्टि का परिवर्तन होना है कि इस टाइम सूरज की कंडीशन की है इस टाइम धरती की कंडीशन की है वो सारिया दसिया धरती किन्ने के एंगल से चेंज हो रही है सब कुछ डिटेल च दसिया साइंस वाले ने भी दसिया ये साइंटिफिकली प्रूफ ज्ञान है साडा प्रैक्टिकल ज्ञान परम पिता परमात्मा वो गल दसदा है जो किसी किताब च नहीं लिखी हुई किताब च इशारा जरूर दिता होएगा ग्रंथ च इशारा दिता होया कई बार पसरे पर सारा इशारा है कि ये 84 दा चक्कर कई बार पसरिया है भी सच होसी भी सच इशारा मिलिया होया ये सच है फिर भी सच होएगा फिर भी चलेगा ये सच है इशारे मिले हुए पर परम पिता परमात्मा आके वो सच्चिया गल्लां सुन तो ऐ सीगा साडा वर्ल्ड साइकिल 5000 साल पूरे हो गए